Good morning, students. I hope you all are doing well. And today we are going to continue our first chapter. The name of chapter is Meaning and Objective of Accounting. And the name of today's topic is accounting science or an art? ਕੀ ਜਿਹੜੀ ਅਕਾਊਂਟਿੰਗ ਆ ਉਹ ਸਾਇੰਸ ਹੈ ਯਾਨੀ ਕਿ ਵਿਗਿਆਨ ਹੈ ਜਾਂ ਇੱਕ ਆਰਟ ਆ ਜਾਂ ਕਲਾ ਹੈ। ਠੀਕ ਹੈ, ਹੁਣ ਦੇਖੋ ਫਸਟ ਤੇ ਹੈ ਵਟ ਇਜ਼ ਸਾਇੰਸ। ਸਾਇੰਸ ਕੀ ਹੈ? ਠੀਕ ਹੈ, ਕਾਫੀ ਟਾਈਮ ਤੋਂ ਤੁਸੀਂ ਪੜ੍ਹਦੇ ਆ ਰਹੇ ਹੋ। ਠੀਕ ਹੈ, ਬਹੁਤ ਸਾਰੀਆਂ ਡੈਫੀਨੇਸ਼ਨਸ ਹੈ ਸਾਇੰਸ ਦੀਆਂ, ਬਟ ਇਹ ਅਗਰ ਅਕੋਰਡਿੰਗ ਅਸੀਂ ਅਕਾਊਂਟਸ ਦੇ ਅਕੋਰਡਿੰਗ ਦੇਖੀਏ ਤਾਂ ਇਹ ਮੰਨ ਕੇ ਚੱਲਿਆ ਜਾਂਦਾ ਕਿ ਸਾਇੰਸ ਹੈ ਜਿਹੜੀ ਉਹ ਸਿਸਟਮਾਈਜ਼ਡ ਬੋਡੀ ਆ, ਜਿਹਦੇ ਵਿੱਚ ਨੌਲੇਜ ਨੂੰ ਬੇਸ ਮੰਨ ਕੇ ਬਹੁਤ ਸਾਰੇ ਪ੍ਰਿੰਸੀਪਲ ਆ ਜਿਹੜੇ ਉਹ ਐਪਲੀਕੇਬਲ ਕੀਤੇ ਜਾਂਦੇ ਆ। ਠੀਕ ਹੈ, ਔਰ ਇਹ ਜਿੰਨੇ ਵੀ ਪ੍ਰਿੰਸੀਪਲ ਆ ਇਹ ਯੂਨੀਵਰਸਲੀ ਐਕਸੈਪਟਡ ਪ੍ਰਿੰਸੀਪਲ ਲਾਗੂ ਕੀਤੇ ਜਾਂਦੇ ਆ, ਯਾਨੀ ਕਿ ਜਿਹੜੇ ਪ੍ਰਿੰਸੀਪਲ ਹਰ ਜਗ੍ਹਾ 'ਤੇ ਐਪਲੀਕੇਬਲ ਹੋ ਜਾਣ ਉਹ ਐਪਲੀਕੇਬਲ ਕੀਤੇ ਜਾਂਦੇ ਆ। ਠੀਕ ਹੈ, ਔਰ ਇਹਦੇ ਵਿੱਚ ਸਾਇੰਸ ਦੇ ਵਿੱਚ ਕੁਛ ਰੂਲਸ ਐਕਸੈਪਟਡ ਕੀਤੇ ਜਾਂਦੇ ਆ। ਠੀਕ ਹੈ, ਜਿਹਦੇ ਵਿੱਚ ਦੋ ਚੀਜ਼ਾਂ ਦਾ ਰਿਲੇਸ਼ਨ ਹੈ ਜਿਹੜਾ ਉਹਨੂੰ ਦੇਖਿਆ ਜਾਂਦਾ। ਦੋ ਚੀਜ਼ਾਂ ਦਾ ਰਿਲੇਸ਼ਨ ਕਿਵੇਂ ਕਿ ਕਿਸੇ ਚੀਜ਼ ਦੇ ਕਾਰਨ, ਠੀਕ ਹੈ, ਕੌਜ਼, ਔਰ ਉਹਦਾ ਅਸਰ ਕੀ ਹੈ ਵੀ ਕਿਸੇ ਚੀਜ਼ ਦੇ ਕਾਰਨ ਕੀ ਅਸਰ ਹੋ ਰਿਹਾ। ਕੌਜ਼ ਔਰ ਇਫੈਕਟ ਦਾ ਜਿਹੜਾ ਰਿਲੇਸ਼ਨ ਆ ਉਹਨੂੰ ਜੱਜ ਕੀਤਾ ਜਾਂਦਾ ਹੈ, ਉਹਦਾ ਰਿਜ਼ਲਟ ਆ ਜਿਹੜਾ ਉਹ ਦੇਖਿਆ ਜਾਂਦਾ ਹੈ, ਔਰ ਜੋ ਵੀ ਸਾਡੇ ਕੋਲ ਰਿਜ਼ਲਟ ਆਉਂਦਾ ਜਾਂ ਐਕੂਰੇਸੀ ਆਉਂਦੀ ਆ ਉਹਨੂੰ ਸਾਇੰਸ ਦਾ ਜਿਹੜਾ ਇੱਕ ਪਾਰਟ ਮੰਨਿਆ ਜਾਂਦਾ ਜਾਂ ਸਾਇੰਸ ਦਾ ਹੀ ਉਹ ਹਿੱਸਾ ਹੋਊਗਾ ਜਿਹਦੇ ਵਿੱਚ ਕੋਈ ਨਾ ਕੋਈ ਕੰਸੈਪਟ ਆ ਜਿਹੜਾ ਉਹਨੂੰ ਲੈ ਕੇ ਆਂਦਾ ਜਾਊਗਾ। ਠੀਕ ਹੈ, ਹੁਣ ਇਹ ਦੇਖੋ ਵੀ ਇਹਦੇ ਵਿੱਚ ਕੀ ਆ, ਯੂਨੀਵਰਸਲੀ ਐਕਸੈਪਟਡ ਰੂਲ ਆ। ਦੋ ਚੀਜ਼ਾਂ ਹੋਣਗੀਆਂ ਇਹਦੇ ਵਿੱਚ, ਇੱਕ ਤਾਂ ਯੂਨੀਵਰਸਲੀ ਐਕਸੈਪਟਡ ਰੂਲ, ਸੈਕਿੰਡ ਹੋਏਗਾ ਕੌਜ਼ ਔਰ ਇਫੈਕਟ ਦਾ ਰਿਲੇਸ਼ਨ ਦੇਖਿਆ ਜਾਂਦਾ ਇੱਕ ਸਹੀ ਰਿਜ਼ਲਟ ਲੈ ਕੇ ਆਉਣ ਦੇ ਲਈ। ਠੀਕ ਹੈ, ਦੋ ਚੀਜ਼ਾਂ ਯਾਦ ਰੱਖਣੀਆਂ ਵੀ ਐਕਚੁਅਲ ਦੇ ਵਿੱਚ ਸਾਇੰਸ ਕੀ ਹੈ। ਹੁਣ ਗੱਲ ਕਰਦੇ ਹਾਂ ਕਿ ਕੀ ਅਕਾਊਂਟਿੰਗ ਸਾਇੰਸ ਹੈ। ਠੀਕ ਹੈ, ਹੁਣ ਦੇਖੋ ਅਕਾਊਂਟਿੰਗ ਆ ਜਿਹੜੀ ਉਹ ਸਾਇੰਸ ਕਿਵੇਂ ਆ। ਠੀਕ ਹੈ, ਇਹ ਦੇਖਣਾ ਹੈ ਵੀ ਕਿਉਂ ਮੰਨਦੇ ਆ ਕਿ ਅਕਾਊਂਟਿੰਗ ਆ ਜਿਹੜੀ ਉਹ ਸਾਇੰਸ ਦਾ ਪਾਰਟ ਆ। ਜੋ ਲੋਕ ਮੰਨਦੇ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਵੀ ਬਿਜ਼ਨਸ ਦੇ ਵਿੱਚ ਅਸੀਂ ਰਿਕਾਰਡ ਕਰਦੇ ਹਾਂ ਵੈਲਿਊਜ਼ ਉਹ ਅਸੀਂ ਅਕਾਊਂਟ ਦੀਆਂ ਬੁੱਕਸ ਦੇ ਵਿੱਚ ਰਿਕਾਰਡ ਕਰਦੇ ਹਾਂ। ਠੀਕ ਹੈ, ਉਹ ਸਾਨੂੰ ਪਤਾ ਹੈ ਕਿ ਅਸੀਂ ਅਕਾਊਂਟ ਦੀਆਂ ਬੁੱਕਸ ਦੇ ਵਿੱਚ ਵੈਲਿਊਜ਼ ਨੂੰ ਰਿਕਾਰਡ ਕਰ ਲਿਆ। ਦੂਸਰਾ ਇਹ ਕਹਿੰਦੇ ਆ ਕਿ ਜਿਹੜੇ ਵੀ ਅਕਾਊਂਟਸ ਦੇ ਵਿੱਚ ਰੂਲ ਲਾਗੂ ਹੁੰਦੇ ਆ ਉਹ ਯੂਨੀਵਰਸਲੀ ਐਕਸੈਪਟਡ ਰੂਲਸ ਆ। ਠੀਕ ਹੈ, ਯੂਨੀਵਰਸਲੀ ਉਹ ਰੂਲਸ ਆ ਜਿਹੜੇ ਉਹ ਐਪਲੀਕੇਬਲ ਹੋ ਰਹੇ ਆ। ਸੋ ਅਗਰ ਆਪਾਂ ਫਸਟ ਪੁਆਇੰਟ ਨਾਲ ਮੈਚ ਕਰੀਏ ਤਾਂ ਸੇਮ ਆ ਰਿਹਾ, ਯੂਨੀਵਰਸਲੀ ਐਕਸੈਪਟਡ ਰੂਲ, ਯੂਨੀਵਰਸਲੀ ਐਪਲੀਕੇਬਲ ਰੂਲਸ। ਠੀਕ ਹੈ, ਜਾਣੀ ਕਿ ਇੱਕ ਪੁਆਇੰਟ ਮੈਚ ਕਰ ਰਹੇ ਆ। ਠੀਕ ਹੈ, ਦੈਨ ਇਹਨਾਂ ਯੂਨੀਵਰਸਲੀ ਐਪਲੀਕੇਬਲਸ ਰੂਲਸ ਨੂੰ ਨਾਮ ਮਿਲਿਆ ਹੋਇਆ, ਉਹਨੂੰ ਕੀ ਕਹਿੰਦੇ ਆ, ਜਰਨਲੀ ਐਕਸੈਪਟਡ ਅਕਾਊਂਟਿੰਗ ਪ੍ਰਿੰਸੀਪਲ। ਜਿਹੜੇ ਹਰ ਜਗ੍ਹਾ 'ਤੇ ਸਿੱਧੇ ਤਰੀਕੇ ਨਾਲ ਲਾਗੂ ਕੀਤੇ ਜਾਂਦੇ ਆ ਉਹਨੂੰ ਜਰਨਲੀ ਐਕਸੈਪਟਡ ਅਕਾਊਂਟਿੰਗ ਪ੍ਰਿੰਸੀਪਲ ਬੋਲਿਆ ਜਾਂਦਾ। ਠੀਕ ਹੈ, ਹੁਣ ਇੱਕ ਪੁਆਇੰਟ ਮੈਚ ਕਰ ਗਿਆ। ਦੂਸਰਾ ਦੇਖਦੇ ਹਾਂ ਵੀ ਇਹਦੇ ਵਿੱਚ ਕੌਜ਼ ਔਰ ਇਫੈਕਟ ਸਟੱਡੀ ਹੁੰਦਾ ਹੈ ਜਾਂ ਨਹੀਂ। ਅਗਰ ਹੁੰਦਾ ਹੈ ਤਾਂ ਓਬਵੀਅਸ ਆ ਕਿ ਇਹ ਇੱਕ ਸਾਇੰਸ ਆ, ਅਗਰ ਨਹੀਂ ਇਟ ਮੀਨਸ ਕਿ ਨਹੀਂ। ਠੀਕ ਹੈ, ਹੁਣ ਦੇਖੋ ਪਰ ਕਹਿੰਦੇ ਇਨ ਅਕਾਊਂਟਿੰਗ ਦਾ ਰਿਲੇਸ਼ਨ ਬਿਟਵੀਨ ਕੌਜ਼ ਐਂਡ ਇਫੈਕਟ ਇਜ਼ ਨਾਟ, ਦੇਖੋ ਨਾਟ ਆ ਗਿਆ। ਠੀਕ ਹੈ, ਸਟੱਡੀਜ਼ ਵਿਚ ਇਜ਼ ਫੰਡਾਮੈਂਟਲ ਫੀਚਰ ਆਫ ਪਿਓਰ ਸਾਇੰਸ। ਪਿਓਰ ਸਾਇੰਸ ਦੇ ਵਿੱਚ ਕਹਿੰਦੇ ਕੌਜ਼ ਔਰ ਇਫੈਕਟ ਸਟੱਡੀ ਕੀਤਾ ਜਾ ਸਕਦਾ, ਬਟ ਇਨ ਅਕਾਊਂਟਿੰਗ ਕੌਜ਼ ਐਂਡ ਇਫੈਕਟ ਇਜ਼ ਨਾਟ ਸਟੱਡੀ। ਸੋ ਇਸ ਲਾਈਨ ਤੋਂ ਕਲੀਅਰ ਹੁੰਦਾ ਕਿ ਇਹ ਜਿਹੜੀ ਇਹ ਵਾਲੀ ਜਿਹੜੀ ਰੂਲ ਆ ਉਹ ਇਸ ਰੂਲ ਦੇ ਨਾਲ ਮੈਚ ਬਿਲਕੁਲ ਨਹੀਂ ਆ। ਇਹਦੇ ਵਿੱਚ ਯੈਸ ਆ, ਇਹਦੇ ਵਿੱਚ ਨੋ ਆ। ਸੋ ਸਿਰਫ ਓਨਲੀ ਇੱਕ ਰੂਲ ਐਪਲੀਕੇਬਲ ਹੋ ਸਕਦਾ। ਤਾਂ ਕਹਿ ਸਕਦੇ ਹਾਂ ਵੀ ਜਿਹੜੀ ਅਕਾਊਂਟਿੰਗ ਆ ਉਹ ਸਿਰਫ ਇੱਕ ਸਾਇੰਸ ਆ, ਨਾ ਕਿ ਪਿਓਰ ਸਾਇੰਸ। ਪਿਓਰ ਸਾਇੰਸ ਅਲੱਗ ਚੀਜ਼ ਆ। ਠੀਕ ਹੈ, ਸਾਇੰਸ ਅਲੱਗ ਚੀਜ਼ ਆ, ਕਿਉਂਕਿ ਪਿਓਰ ਸਾਇੰਸ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਜੱਜ ਕੀਤਾ ਜਾਂਦਾ ਕੌਜ਼ ਔਰ ਇਫੈਕਟ ਦੀ ਮਦਦ ਦੇ ਨਾਲ। ਪਰ ਇਕੱਲੀ ਸਾਇੰਸ ਦੇ ਵਿੱਚ ਸਿਰਫ ਇਹੀ ਦੇਖਿਆ ਜਾਂਦਾ ਕਿ ਰੂਲ ਐਪਲੀਕੇਬਲ ਹੈਗੇ ਆ ਸਾਰੀ ਜਗ੍ਹਾ 'ਤੇ ਕਿ ਨਹੀਂ। ਠੀਕ ਹੈ, ਹੁਣ ਗੱਲ ਕਰਦੇ ਹਾਂ ਆਰਟ ਦੀ। ਹੁਣ ਇਹਦੇ ਵਿੱਚੋਂ ਤਾਂ ਆਪਾਂ ਨੂੰ ਕਲੀਅਰ ਹੋ ਗਿਆ ਕਿ ਅਕਾਊਂਟਿੰਗ ਆ ਜਿਹੜੀ ਉਹ ਪਿਓਰ ਸਾਇੰਸ ਨਹੀਂ ਹੈਗੀ। ਕੀ ਹੁਣ ਉਹ ਆਰਟ ਹੈਗੀ ਆ ਜਾਂ ਪੂਰੀ ਤਰ੍ਹਾਂ ਆਰਟ ਮੰਨਦੇ ਆ ਉਹਨੂੰ? ਤਾਂ ਦੇਖੋ ਸਭ ਤੋਂ ਪਹਿਲਾਂ ਮੀਨਿੰਗ ਹੋਏਗਾ ਵੀ ਆਰਟ ਹੁੰਦਾ ਕੀ ਆ। ਬੇਸਿਕਲੀ ਸਭ ਚੀਜ਼ ਇਹ ਸਮਝਿਆ ਜਾਂਦਾ ਸਾਰਿਆਂ ਦੁਆਰਾ ਕਿ ਆਰਟ ਆ ਜਿਹੜੀ ਉਹ ਇੱਕ ਕਲਾ ਹੈ। ਕੋਈ ਕੰਮ ਨਵਾਂ ਸ਼ੁਰੂ ਕਰ ਲਿਆ ਉਹ ਵੀ ਕਲਾ ਹੈ, ਕੋਈ ਚੀਜ਼ ਨੂੰ ਕ੍ਰੀਏਟ ਕਰ ਲਿਆ ਉਹ ਵੀ ਕਲਾ ਹੈ। ਕ੍ਰੀਏਟੀਵਿਟੀ ਨੂੰ ਕਲਾ ਮੰਨਦੇ ਆ। ਠੀਕ ਹੈ, ਹੁਣ ਇਹਦੇ ਵਿੱਚ ਦੇਖਦੇ ਹਾਂ ਵੀ ਐਕਚੁਅਲ ਦੇ ਵਿੱਚ ਕਲਾ ਕੀ ਹੈ, ਐਕਚੁਅਲ ਦੇ ਵਿੱਚ ਆਰਟ ਕੀ ਆ। ਠੀਕ ਹੈ, ਆਰਟ ਇਜ਼ ਦਾ ਪਾਰਟ ਆਫ ਨੌਲੇਜ। ਠੀਕ ਹੈ, ਇੱਕ ਨੌਲੇਜ ਦਾ ਹੀ ਪਾਰਟ ਹੈ ਜਿਹਦੇ ਵਿੱਚ ਇੱਕ ਇਨਸਾਨ ਆ ਜਿਹੜਾ ਉਹ ਆਪਣੇ ਗੋਲਸ ਨੂੰ ਅਚੀਵ ਕਰਨ ਦੀ ਕੋਸ਼ਿਸ਼ ਦੇ ਵਿੱਚ ਹੋਊਗਾ। ਉਹਦਾ ਮੇਨ ਮਕਸਦ ਹੋਊਗਾ ਕਿ ਜਿੰਨੇ ਜ਼ਿਆਦਾ ਉਹ ਗੋਲ ਆ ਜਿਹੜੇ ਆਪਦੇ ਰੀਚ ਕਰ ਸਕਦਾ, ਜਿੰਨੇ ਜ਼ਿਆਦਾ ਗੋਲਸ ਆ ਜਿਹੜੇ ਉਹ ਪ੍ਰਾਪਤ ਕਰ ਸਕਦਾ ਉਹ ਕਰੇ।
ठीक है, किस तरीके नाल आपदी स्किल दे नाल, आपदे एक मैनर दे नाल, ठीक है, आपदी क्वालिटी दे नाल। हुण जो उहदे कोले मैनर्स आ, जो स्किल आ उहदे कोले, ठीक है, वो एक पार्ट होणगीਆਂ कला दा, ठीक है, एक तरीका है, एक वे आ ਉਹਦੇ ਕੋਲੇ ਜਿਹੜੀ ਸਕਿੱਲ ਆ ਉਹਨੂੰ ਪ੍ਰੈਜੈਂਟ ਕਰਨ ਦਾ। ਉਹਦੇ ਨਾਲ ਕੀ ਹੋਊਗਾ, ਉਹਦੇ ਕੋਲ ਇੱਕ ਰਿਜ਼ਲਟ ਆਊਗਾ, ਪੋਸੀਬਲ ਮੈਨਰ ਆਉਣਗੇ ਜਿਹਦੇ ਨਾਲ ਉਹਦੇ ਜਿਹੜੇ ਰਿਜ਼ਲਟ ਆ ਉਹ ਅਚੀਵ ਹੋ ਜਾਣਗੇ। ਯਾਨੀ ਕਿ ਆਰਟ ਦੇ ਵਿੱਚ, ਠੀਕ ਹੈ, ਇੱਕ ਪਰਸਨ ਆਪਦੀ ਨੌਲੇਜ ਨੂੰ ਵਰਤਦਾ, ਯੂਜ਼ ਕਰਦਾ, ਠੀਕ ਹੈ, ਉਹਨਾਂ ਨੌਲੇਜ ਨੂੰ ਯੂਜ਼ ਕਰਨ ਤੋਂ ਬਾਅਦ ਉਹ ਇੱਕ ਇਹੋ ਜਿਹਾ ਕੰਸੈਪਟ ਲਾਗੂ ਕਰਦਾ ਜਿਹਦੇ ਨਾਲ ਉਹਦੇ ਜਿੰਨੇ ਵੀ ਗੋਲ ਆ ਉਹ ਪ੍ਰਾਪਤ ਹੋ ਜਾਣ। ਠੀਕ ਹੈ, ਹੁਣ ਦੇਖੋ, the more we practice and art, the more proficiency we become in it। ਜਿੰਨੀ ਜ਼ਿਆਦਾ ਅਸੀਂ ਪ੍ਰੈਕਟਿਸ ਕਰਾਂਗੇ, ਆਰਟ ਦਾ ਬੇਸਿਕ ਰੂਲ ਆ ਵੀ ਪ੍ਰੈਕਟਿਸ ਮੇਕ ਮੈਨ ਪਰਫੈਕਟ। ਠੀਕ ਹੈ, ਜੋ ਪ੍ਰੈਕਟਿਸ ਕਰੂਗਾ ਉਹ ਪਰਫੈਕਟ ਹੋ ਜਾਊਗਾ। ਤਾਂ ਉਸੇ ਤਰੀਕੇ ਨਾਲ ਕਹਿੰਦੇ ਆਰਟ ਆ ਜਿਹੜਾ ਜਿੰਨਾ ਜ਼ਿਆਦਾ ਕਰਿਆ ਜਾਊਗਾ ਉਨੀ ਜ਼ਿਆਦਾ ਉਹਦੇ ਵਿੱਚ ਕਲਾ ਆਊਗੀ, ਹੋਰ ਵਧੀਆ ਬਣ ਜੂਗਾ, ਅਤੇ ਉਨੀ ਜ਼ਿਆਦਾ ਉਹਦੇ ਕੋਲ ਪ੍ਰੋਫੀਸ਼ੈਂਸੀ ਹੋਣ ਦੇ ਪਾਰਟ ਆ ਜਿਹੜੇ ਉਹ ਵੱਧ ਜਾਣਗੇ, ਜਾਂ ਉਹਦੇ ਕੋਲ ਪ੍ਰੋਫਿਟ ਹੋਣ ਦੇ ਚਾਂਸ ਵੱਧ ਜਾਣਗੇ। ਠੀਕ ਹੈ, ਹੁਣ ਜੇ ਗੱਲ ਕਰਦੇ ਹਾਂ ਕਿ ਅਕਾਊਂਟਿੰਗ ਕੀ ਹੁਣ ਇਹ ਕਲਾ ਹੈ ਕਿ ਨਹੀਂ। ਹੁਣ ਅਕਾਊਂਟਿੰਗ ਦੇ ਨਾਲ ਇਹਨਾਂ ਨੂੰ ਰਿਲੇਟ ਕਰਕੇ ਦੇਖਦੇ ਹਾਂ ਵੀ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਪਰਸਨ ਸਕਿੱਲ ਨੂੰ ਯੂਜ਼ ਕਰ ਰਿਹਾ, ਠੀਕ ਹੈ, ਨੌਲੇਜ ਨੂੰ ਯੂਜ਼ ਕਰ ਰਿਹਾ, ਫਿਰ ਪ੍ਰੈਕਟਿਸ ਨੂੰ ਯੂਜ਼ ਕਰ ਰਿਹਾ। ਹੁਣ ਇਹਦੇ ਵਿੱਚ ਦੇਖੋ ਅਕਾਊਂਟਿੰਗ ਕੀ ਰਿਕੁਆਇਰ ਕਰਦਾ, ਨੌਲੇਜ। ਫਸਟ ਪੁਆਇੰਟ ਕਲੀਅਰ ਕਿ ਨੌਲੇਜ ਨੂੰ ਯੂਜ਼ ਕਰ ਰਿਹਾ, ਮੈਚ ਹੋ ਗਿਆ। ਠੀਕ ਹੈ, ਐਜ਼ ਵੈਲ ਐਜ਼ ਇੰਡੀਵਿਜੂਅਲ ਸਕਿੱਲ। ਹੁਣ ਮੈਨਰਸ ਵੀ ਆ ਗਏ ਇੱਥੇ, ਮੈਨਰ ਔਰ ਸਕਿੱਲ ਦੋਨੋਂ ਸੇਮ ਹੋ ਗਏ। ਠੀਕ ਹੈ, ਟੂ ਅਪਲਾਈ ਦਾ ਨੌਲੇਜ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੋਨਾਂ ਨੂੰ ਚੀਜ਼ਾਂ ਨੂੰ ਯੂਜ਼ ਕਰਦਾ। ਇੱਕ ਤਾਂ ਆਪਦੀ ਨੌਲੇਜ ਨੂੰ ਯੂਜ਼ ਕਰਦਾ, ਇੱਕ ਇੰਡੀਵਿਜੂਅਲ ਸਕਿੱਲ ਆ ਜਿਹੜੀ ਉਹਨੂੰ ਯੂਜ਼ ਕਰਦਾ, ਤਾਂ ਕਿ ਉਹ ਕੀ ਇੱਕ ਵਧੀਆ ਪਰਸਨ ਬਣ ਸਕੇ। ਪਰ ਕਹਿੰਦੇ ਕੋਈ ਇਨਸਾਨ ਵੀ, ਹੁਣ ਇੱਥੇ ਆਹ ਰੂਲ ਐਪਲੀਕੇਬਲ ਨਹੀਂ ਹੋਊਗਾ। ਠੀਕ ਹੈ, ਇੱਥੇ ਲਾਸਟ ਦੇ ਪੁਆਇੰਟ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਕੋਈ ਵੀ ਇਨਸਾਨ ਆ ਜਿਹੜਾ ਪ੍ਰੈਕਟਿਸ ਕਰੂਗਾ ਤਾਂ ਉਹ ਆਰਟ ਕ੍ਰੀਏਟ ਕਰ ਸਕਦਾ, ਆਰਟਿਸਟ ਬਣ ਸਕਦਾ। ਪਰ ਹੁਣ ਇੱਥੇ ਇਹ ਰੂਲ ਐਪਲੀਕੇਬਲ ਨਹੀਂ ਹੋਊਗਾ। ਠੀਕ ਹੈ, ਕਿ ਐਵਰੀਵਨ ਕੈਨ ਨਾਟ ਬਿਕਮ ਗੁੱਡ ਅਕਾਊਂਟੈਂਟ। ਹੁਣ ਸਾਰੇ ਜਾਣੇ ਅਕਾਊਂਟੈਂਟ ਨਹੀਂ ਬਣ ਸਕਦੇ। ਅਕਾਊਂਟੈਂਟ ਬਣਨ ਦੇ ਲਈ ਸਾਡੇ ਕੋਲ ਇੱਕ ਡਿਗਰੀ ਦਾ ਹੋਣਾ ਜ਼ਰੂਰੀ ਆ, ਪ੍ਰੋਫੈਸ਼ਨਲ ਡਿਗਰੀ ਹੋਣੀ ਜ਼ਰੂਰੀ ਆ, ਔਰ ਡਿਗਰੀ ਹੋਣ ਤੋਂ ਬਾਅਦ ਹੀ ਕੋਈ ਇਨਸਾਨ ਆ ਜਿਹੜਾ ਉਹ ਅਕਾਊਂਟੈਂਟ ਬਣ ਸਕਦਾ। ਠੀਕ ਹੈ, ਡਿਗਰੀ ਕਿਹੜੀ ਹੋਣੀ ਚਾਹੀਦੀ ਆ, CA ਦੀ, ਜਿਹਨੂੰ ਅਸੀਂ ਚਾਰਟਰਡ ਅਕਾਊਂਟੈਂਟ ਕਹਿੰਦੇ ਹਾਂ। ਇੱਕ ਜਿਹੜੀ ਪ੍ਰੋਫੈਸ਼ਨਲ ਸਕਿੱਲ ਜਿਹੜੀ ਉਹਦੇ ਕੋਲ ਨੌਲੇਜ ਦੀ ਹੋਣੀ ਜ਼ਰੂਰੀ ਆ, ਉਸ ਤੋਂ ਬਾਅਦ ਹੀ ਕੋਈ ਅਕਾਊਂਟੈਂਟ ਬਣ ਸਕਦਾ, ਅਦਰਵਾਈਜ਼ ਨਹੀਂ। ਸੋ ਅਸੀਂ ਕਹਿ ਦਿੰਦੇ ਹਾਂ ਵੀ ਅਕਾਊਂਟਿੰਗ ਆ ਜਿਹੜੀ ਉਹ ਆਰਟ ਹੈਗੀ ਆ, ਬਟ ਨਾਟ ਅ ਪਿਓਰ ਆਰਟ। ਠੀਕ ਹੈ, ਨਾ ਤਾਂ ਇਹ ਪਿਓਰ ਸਾਇੰਸ ਆ, ਨਾ ਹੀ ਇਹ ਪਿਓਰ ਆਰਟ ਆ। ਠੀਕ ਹੈ, ਕਲੀਅਰ। ਹੁਣ ਇਸ ਤੋਂ ਬਾਅਦ ਆਪਣਾ ਸੈਕਿੰਡ ਕੰਸੈਪਟ ਹੋਏਗਾ ਓਬਜੈਕਟਿਵਸ, ਕਿ ਓਬਜੈਕਟਿਵਸ ਕੀ ਆ ਅਕਾਊਂਟ ਦੇ, ਮੇਨ ਮਕਸਦ ਕੀ ਆ। ਠੀਕ ਹੈ, ਆਪਣੇ ਕੋਲ ਦੋ ਓਬਜੈਕਟਿਵ ਹੋਣਗੇ, ਪ੍ਰਾਇਮਰੀ ਓਬਜੈਕਟਿਵ ਐਂਡ ਸੈਕੰਡਰੀ ਓਬਜੈਕਟਿਵਸ। ਠੀਕ ਹੈ, ਅੱਜ ਓਨਲੀ ਪ੍ਰਾਇਮਰੀ ਓਬਜੈਕਟਿਵਸ ਆ ਜਿਹੜੇ ਉਹ ਮੈਂ ਡਿਸਕਸ਼ਨ ਦੇ ਵਿੱਚ ਲੈ ਕੇ ਆਊਂਗੀ, ਕੱਲ੍ਹ ਕਰਾਂਗੇ ਸੈਕੰਡਰੀ ਓਬਜੈਕਟਿਵਸ। ਠੀਕ ਹੈ, ਹੁਣ ਪ੍ਰਾਇਮਰੀ ਓਬਜੈਕਟਿਵਸ ਕਿਹੜੇ ਆ। ਫਸਟ ਹੋਏਗਾ ਮੇਨਟੇਨ ਕਰਨਾ ਰਿਕਾਰਡਸ ਨੂੰ, ਸੈਕਿੰਡ ਹੋਏਗਾ ਉਹਨਾਂ ਨੇ ਪ੍ਰੋਫਿਟ ਦਾ ਪਤਾ ਲਗਾਉਣਾ, ਕਿੰਨਾ ਪ੍ਰੋਫਿਟ ਲੋਸ ਹੋਇਆ। ਫਿਰ ਉਹਨਾਂ ਨੇ ਜੱਜ ਕਰਨੀ ਫਾਈਨੈਂਸ਼ੀਅਲ ਪੋਜੀਸ਼ਨ, ਜਿਹੜੀ ਉਹਨਾਂ ਦੀ ਮਾਰਕੀਟ ਦੇ ਵਿੱਚ ਫਾਈਨੈਂਸ਼ੀਅਲ ਕੰਡੀਸ਼ਨ ਆ, ਜੋ ਹਾਲਾਤ ਆ, ਠੀਕ ਹੈ, ਪੈਸੇ ਦੇ ਨਾਲ ਜੁੜੇ, ਉਹਨਾਂ ਨੂੰ ਪਤਾ ਕਰਨਾ ਹੋਊਗਾ। ਜੇ ਅਸੀਂ ਸਿੰਪਲ ਪੰਜਾਬੀ ਦੇ ਵਿੱਚ ਕਹੀਏ, ਠੀਕ ਹੈ, ਤਾਂ ਇਹ ਕਹਿ ਸਕਦੇ ਹਾਂ ਵੀ ਕਾਰੋਬਾਰ ਦਾ ਰਿਕਾਰਡ ਰੱਖਣਾ, ਫਸਟ ਲਾਈਨ। ਸੈਕਿੰਡ ਹੋਊਗਾ ਕਾਰੋਬਾਰ ਦੀ ਲਾਭ ਜਾਂ ਹਾਨੀ ਨਿਸ਼ਚਿਤ ਕਰਨਾ। ਠੀਕ ਹੈ, ਅਸਰਟੇਨ ਦਾ ਮਤਲਬ ਹੁੰਦਾ ਨਿਸ਼ਚਿਤ ਕਰਨਾ। ਥਰਡ ਹੋਏਗਾ ਕਿ ਕਾਰੋਬਾਰ ਦੀ ਵਿੱਤੀ ਹਾਲਾਤ ਆ ਜਿਹੜੀ ਉਹਦੀ ਪਰਖ ਕਰਨਾ, ਜਜਮੈਂਟ ਕਰਨੀ। ਠੀਕ ਹੈ, ਸੋ ਇਨ ਡਿਟੇਲ ਦੇਖਦੇ ਹਾਂ। ਫਸਟ ਦੇਖੋ ਪ੍ਰਾਇਮਰੀ ਓਬਜੈਕਟਿਵ, ਫਸਟ ਹੈਗਾ ਟੂ ਮੇਨਟੇਨ ਰਿਕਾਰਡ ਆਫ ਬਿਜ਼ਨਸ ਦੇ ਰਿਕਾਰਡ ਨੂੰ ਸਿਸਟਮੈਟਿਕ ਮੈਨਰ ਦੇ ਨਾਲ ਰਿਕਾਰਡ ਕੀਤਾ ਜਾਂਦਾ, ਜਿਹਦੇ ਵਿੱਚ ਫਾਈਨੈਂਸ਼ੀਅਲ ਸਟੇਟਮੈਂਟ ਆ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੈ। ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਉਹ ਸਾਰੇ ਦਿਨ ਦੇ ਕੰਮ ਨੂੰ ਲਿਖਦੇ ਆ, ਇੱਕ ਵਧੀਆ ਮੈਨਰ ਦੇ ਨਾਲ ਆਰਡਰ ਵਾਈਜ਼ ਲਿਖਦੇ ਆ। ਜਿਹੜੀ ਚੀਜ਼ ਪਹਿਲਾਂ ਲਿਖੀ ਜਾਣੀ ਆ ਉਹਨੂੰ ਪਹਿਲਾਂ ਹੀ ਲਿਖਦੇ ਆ, ਜਿਹਦੀ ਐਂਟਰੀ ਬਾਅਦ ਦੇ ਵਿੱਚ ਲਿਖੀ ਜਾਣੀ ਆ ਉਹਨੂੰ ਬਾਅਦ ਦੇ ਵਿੱਚ ਲਿਖਦੇ ਆ, ਜਿਹਦੇ ਨਾਲ ਉਹਨਾਂ ਦੇ ਸਾਰੇ ਰਿਕਾਰਡ ਆ ਜਿਹੜੇ ਉਹ ਇਕੱਠੇ ਕੀਤੇ ਜਾ ਸਕਦੇ ਆ, ਬੁੱਕ ਕੀਪਿੰਗ ਦੇ ਵਿੱਚ ਹੋ ਜਾਂਦੇ ਆ, ਕੁਛ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਹੋ ਜਾਂਦੇ ਆ। ਉਹਦੇ ਨਾਲ ਬਿਜ਼ਨਸ ਦੀ ਜਿਹੜੀ ਪੋਜੀਸ਼ਨ ਆ ਉਹਦਾ ਪਤਾ ਲੱਗਦਾ ਰਹਿੰਦਾ, ਥੋੜ੍ਹੇ ਟਾਈਮ ਬਾਅਦ ਜਦੋਂ ਸਮਰੀ ਇਕੱਠੀ ਕਰਨੀ ਹੁੰਦੀ ਆ ਉਹਦਾ ਪਤਾ ਲੱਗਦਾ ਰਹਿੰਦਾ। ਸੈਕਿੰਡ ਹੋਏਗਾ ਅਸਰਟੇਨਮੈਂਟ ਆਫ ਪ੍ਰੋਫਿਟ ਐਂਡ ਲੋਸ। ਹੁਣ ਪ੍ਰੋਫਿਟ ਐਂਡ ਲੋਸ ਪਤਾ ਕਰਨ ਦੇ ਲਈ
ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਇਨਕਮ ਸਟੇਟਮੈਂਟ ਆ ਉਹ ਪ੍ਰਪੇਅਰ ਕਰਨੀ ਪਏਗੀ, ਕਿਉਂਕਿ ਇਨਕਮ ਸਟੇਟਮੈਂਟ ਦੀ ਮਦਦ ਦੇ ਨਾਲ ਹੀ ਬਿਜ਼ਨਸ ਦੇ ਵਿੱਚ ਜੋ ਪ੍ਰੋਫਿਟ ਚੱਲ ਰਿਹਾ, ਜੋ ਲੋਸ ਚੱਲ ਰਿਹਾ, ਉਹਦਾ ਪਤਾ ਲਗਾਇਆ ਜਾ ਸਕਦਾ। ਠੀਕ ਹੈ, ਉਹਨੂੰ ਜੱਜ ਕੀਤਾ ਜਾ ਸਕਦਾ। ਇਨਕਮ ਸਟੇਟਮੈਂਟ ਨੂੰ ਅਸੀਂ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲੋਸ ਅਕਾਊਂਟ ਵੀ ਕਹਿ ਸਕਦੇ ਹਾਂ। ਠੀਕ ਹੈ, ਇਸ ਚੀਜ਼ਾਂ ਨੂੰ ਬਣਾਉਣ ਦਾ ਪਹਿਲਾ ਮਕਸਦ ਬਿਜ਼ਨਸ ਦਾ ਇਹੀ ਰਹੂਗਾ ਕਿ ਉਹ ਵੱਧ ਤੋਂ ਵੱਧ ਆਪਦੇ ਜਿਹੜੀ ਰੈਵਨਿਊ ਆ ਉਹਨੂੰ ਪਤਾ ਕਰ ਸਕੇ। ਰੈਵਨਿਊ ਦਾ ਮਤਲਬ ਹੁੰਦਾ ਕਿ ਸਾਡੇ ਕੋਲ ਕਿੰਨੀ ਆਮਦਨ ਆ। ਠੀਕ ਹੈ, ਕਿੰਨੀ ਇਨਕਮ ਉਹਦੇ ਕੋਲ ਆ ਰਹੀ ਹੈ। ਫਿਰ ਨਾਲੇ ਇਹ ਪਤਾ ਲੱਗਦਾ ਰਹੂਗਾ ਕਿ ਉਹਦੇ ਕੋਲ ਖਰਚੇ ਕਿੰਨੇ ਆ, ਵੀ ਜੇ ਉਹਦੇ ਕੋਲ ਸਾਲ ਦੇ ਵਿੱਚ 1 ਲੱਖ ਇਨਕਮ ਆ ਰਹੀ ਆ ਅਤੇ ਉਹਦਾ ਖਰਚਾ ਕਿੰਨਾ ਹੈ। ਜੇ ਤਾਂ 80,000 ਉਹਦਾ ਖਰਚਾ ਹੋਇਆ, ਇਟ ਮੀਨਸ ਕਿ 20,000 ਆ ਜਿਹੜਾ ਉਹਦੇ ਕੋਲ ਰਹਿ ਜੂਗਾ। ਠੀਕ ਹੈ, ਸੋ ਇਹਨਾਂ ਚੀਜ਼ਾਂ ਦਾ ਜਿਹੜਾ ਉਹਨੇ ਪ੍ਰੋਫਿਟ ਐਂਡ ਲੋਸ ਦਾ ਜਿਹੜਾ ਪਤਾ ਕਰਨਾ ਹੈ, ਕਿਸ ਦੀ ਮਦਦ ਦੇ ਨਾਲ, ਇਨਕਮ ਸਟੇਟਮੈਂਟ ਜਾਂ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲੋਸ ਅਕਾਊਂਟ ਆ ਜਿਹੜਾ ਉਹਦੀ ਹੈਲਪ ਦੇ ਨਾਲ। ਥਰਡ ਪੁਆਇੰਟ ਹੋਏਗਾ ਕਿ ਉਹਨੇ ਫਾਈਨੈਂਸ਼ੀਅਲ ਪੋਜੀਸ਼ਨ ਦੀ ਜਜਮੈਂਟ ਕਰਨੀ ਹੈ, ਵੀ ਉਹ ਕਿਸ ਸਟੈਂਡ 'ਤੇ ਆ, ਉਹਦੀ ਫਾਈਨੈਂਸ਼ੀਅਲ ਪੋਜੀਸ਼ਨ ਕਿੰਨੀ ਕੁ ਵਧੀਆ ਹੈ। ਠੀਕ ਹੈ, ਕਿੰਨਾ ਕੁ ਉਹਨੂੰ ਪ੍ਰੋਫਿਟ ਹੋ ਰਿਹਾ, ਕਿੰਨਾ ਕੁ ਉਹਨੂੰ ਲੋਸ ਹੋ ਰਿਹਾ। ਇਹ ਪਤਾ ਕਰਨ ਦੇ ਲਈ ਉਹ ਫਾਈਨੈਂਸ਼ੀਅਲ ਸਟੇਟਮੈਂਟ ਪ੍ਰਪੇਅਰ ਕਰੇਗਾ, ਜਿਹਦੇ ਵਿੱਚ ਬੈਲੈਂਸ ਸ਼ੀਟ ਬਣਾਈ ਜਾਊਗੀ। ਬੈਲੈਂਸ ਸ਼ੀਟ ਦੇ ਵਿੱਚ ਉਹ ਇਹ ਜੱਜ ਕਰੂਗਾ ਕਿ ਮੈਂ ਜਿਹੜਾ ਬਿਜ਼ਨਸ ਦੇ ਵਿੱਚ ਕਿੰਨਾ ਕੁ ਮੈਨੂੰ ਫਾਇਦਾ ਹੋਇਆ, ਬੈਲੈਂਸ ਸ਼ੀਟ ਦਾ ਟੋਟਲ ਕਿੰਨਾ ਹੈ, ਕਿੰਨਾ ਉਹਦੇ ਵਿੱਚ ਉਹਦੇ ਕੋਲ ਐਸਿਡਸ ਪਈਆਂ। ਐਸਿਡ ਦਾ ਮਤਲਬ ਹੁੰਦਾ ਹੈਗਾ ਵੀ ਉਹਦੇ ਕੋਲ ਕਿੰਨੀਆਂ ਮਸ਼ੀਨਾਂ ਹੈ, ਕਿੰਨੀ ਉਹਦੇ ਕੋਲ ਜ਼ਮੀਨ ਜਾਇਦਾਦ ਆ। ਠੀਕ ਹੈ, ਸੰਪੱਤੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਕਿੰਨੀ ਸੰਪੱਤੀ ਉਹਦੇ ਕੋਲ। ਲਾਇਬਿਲਿਟੀਜ਼ ਦੇ ਵਿੱਚ ਦੇਖੇਗਾ ਕਿ ਉਹਨੇ ਲੋਕਾਂ ਦੇ ਪੈਸੇ ਕਿੰਨੇ ਦੇਣੇ ਆ, ਦੇਣਦਾਰੀਆਂ ਕਿੰਨੀਆਂ ਉਹਦੀਆਂ। ਠੀਕ ਹੈ, ਖਰਚੇ ਕਿੰਨੇ ਆ। ਕੈਪੀਟਲ ਦੇ ਵਿੱਚ ਕੀ ਦੱਸਿਆ ਜਾਊਗਾ ਵੀ ਉਹਦੇ ਕੋਲ ਕਿੰਨੀ ਪੂੰਜੀ ਆ। ਕੈਪੀਟਲ ਨੂੰ ਪੂੰਜੀ ਮੰਨਿਆ ਜਾਂਦਾ। ਠੀਕ ਹੈ, ਇਹ ਦੇਖਿਆ ਜਾਊਗਾ ਕਿ ਉਹਦੇ ਕੋਲ ਕਿੰਨੀ ਪੂੰਜੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੈਲੈਂਸ ਸ਼ੀਟ ਦੇ ਵਿੱਚ ਲਿਖਦਾ ਹੈ, ਤਾਂ ਕਿ ਉਹਨੂੰ ਪਤਾ ਲੱਗ ਜਾਏ ਕਿ ਮੇਰਾ ਬਿਜ਼ਨਸ ਕਿੰਨੇ ਕੁ ਵਧੀਆ ਤਰੀਕੇ ਨਾਲ ਚੱਲ ਰਿਹਾ, ਮੇਰੇ ਕੋਲ ਕਿੰਨਾ ਕੁ ਪੈਸਾ ਹੈ, ਫਾਈਨੈਂਸ਼ੀਅਲ ਤੌਰ 'ਤੇ, ਵਿੱਤੀ ਤੌਰ 'ਤੇ ਮੇਰਾ ਬਿਜ਼ਨਸ ਕਿੰਨਾ ਕੁ ਸਟਰੋਂਗ ਆ। ਠੀਕ ਹੈ, ਸੋ ਇਹ 3 ਮੇਨ ਉਹਦੇ ਪਹਿਲੇ ਓਬਜੈਕਟਿਵ ਆ, ਪ੍ਰਾਇਮਰੀ ਓਬਜੈਕਟਿਵ ਆ, ਜਿਹਨੂੰ ਅਸੀਂ ਪਹਿਲੇ ਓਬਜੈਕਟਿਵ ਕਹਿ ਦਿੰਦੇ ਹਾਂ, ਉਦੇਸ਼। ਠੀਕ ਹੈ, ਜਿਨ੍ਹਾਂ ਦੇ ਵਿੱਚ ਉਹਨੇ ਬਿਜ਼ਨਸ ਦੇ ਅਲੱਗ-ਅਲੱਗ ਪੁਆਇੰਟ ਆ ਜਿਹੜੇ ਉਹਨਾਂ ਨੂੰ ਦੇਖਣਾ ਹੋਏਗਾ। ਸੋ ਆਈ ਹੋਪ ਕਿ ਤੁਸੀਂ ਅੱਜ ਦਾ ਟੌਪਿਕ ਸਮਝਿਆ ਹੋਏਗਾ ਧਿਆਨ ਦੇ ਨਾਲ। ਅਗਰ ਕਿਸੇ ਵੀ ਸਟੂਡੈਂਟ ਨੂੰ ਕੋਈ ਪ੍ਰੋਬਲਮ ਆ ਜਾਂ ਕੋਈ ਵੀ ਡਾਊਟ ਆ, ਠੀਕ ਹੈ, ਸੋ ਤੁਸੀਂ ਮੈਨੂੰ ਪੁੱਛ ਸਕਦੇ ਹੋ। ਐਂਡ ਥੈਂਕ ਯੂ, ਹੈਵ ਅ ਨਾਈਸ ਡੇ।